Religion Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼। ਗੌੜੀ ਮਹਿਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼। ਇਸ ਪੂਰੇ ਸ਼ਬਦ ਦੇ ਵਿੱਚ ਇਹ ਸਿਰਫ ਜੋ ਸੀ ਪਹਿਲੀਆਂ ਪੰਕਤੀਆਂ ਸਨ, ਬਸ ਇਸ ਤੋਂ ਬਾਅਦ ਜੋ ਪੂਰਾ ਸ਼ਬਦ ਅਸੀਂ ਬੋਲਣਾ ਹੈ, ਉਸ ਪੂਰੇ ਸ਼ਬਦ ਦੇ ਵਿੱਚ ਦੂਜਾ ਸ਼ਬਦ ਜੋ ਹੈ ਕਈ ਵਾਰ ਆਉਣਾ ਹੈ। ਤੇ ਸ਼ਬਦ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਦੂਜੇ ਤੋਂ ਅਰਥ ਹੈ ਦੂਜੀ ਮਾਇਆ। ਪਹਿਲਾ ਕੌਣ ਹੈ? ਪਹਿਲਾ ਪਰਮਾਤਮਾ ਹੈ। ਪਰਮਾਤਮਾ ਤੋਂ ਇਲਾਵਾ ਬਾਕੀ ਸਭ ਕੁਝ ਦੂਜਾ ਹੈ। ਹਾਲਾਂਕਿ ਪਰਮਾਤਮਾ ਹਰ ਸ਼ੈ ਦੇ ਵਿੱਚ ਵਸਦਾ ਹੈ, ਹਾਲਾਂਕਿ ਮਾਇਆ ਦਾ ਮਾਲਕ ਵੀ ਪਰਮਾਤਮਾ ਹੈ। ਪਰ ਦੁਨੀਆ ਦੇ ਵਿੱਚ ਦੋ ਰਸਤੇ ਬਣ ਗਏ ਨੇ, ਇੱਕ ਪਰਮਾਤਮਾ ਦਾ ਰਸਤਾ ਤੇ ਦੂਸਰਾ ਮਾਇਆ ਦਾ ਰਸਤਾ। ਇਸ ਲਈ ਮਾਇਆ ਦੇ ਰਸਤੇ ਨੂੰ ਦੂਜਾ ਲਿਖਿਆ ਗਿਆ ਹੈ। ਗੁਰੂ ਜੀ ਲਿਖਦੇ ਨੇ ਕਿ ਦੂਜੀ ਮਾਇਆ ਜਗਤ ਚਿਤ ਵਾਸ, ਕਿ ਇਹ ਜੋ ਮਾਇਆ ਹੈ ਇਹ ਜਗਤ ਦੇ ਜੀਵਾਂ ਦੇ ਚਿੱਤਾਂ ਦੇ ਵਿੱਚ, ਮਨਾਂ ਦੇ ਵਿੱਚ ਵਸੀ ਹੋਈ ਹੈ। ਮਾਇਆ ਨੇ ਜਗਤ ਦੇ ਜੀਵਾਂ ਦੇ ਮਨਾਂ ਦੇ ਵਿੱਚ ਆਪਣਾ ਘਰ ਕਰ ਲਿਆ ਹੈ। ਤੇ ਮਾਇਆ ਤੋਂ ਉਤਪੰਨ ਹੋਣ ਵਾਲੇ ਕਾਮ ਕ੍ਰੋਧ ਅਹੰਕਾਰ ਵਿਨਾਸ਼, ਮਾਇਆ ਤੋਂ ਉਤਪੰਨ ਹੋਣ ਵਾਲੇ ਵਿਕਾਰ ਕਾਮ ਕ੍ਰੋਧ ਹੰਕਾਰ ਆਦਿ ਨੇ ਜੀਵਾਂ ਦੀ ਮਾਨਸਿਕ ਅਵਸਥਾ ਨੂੰ, ਉਹਨਾਂ ਦੇ ਆਤਮਿਕ ਜੀਵਨ ਨੂੰ ਨਾਸ਼ ਕਰ ਦਿੱਤਾ ਹੈ। ਦੂਜਾ ਕੌਣ ਕਹਾ ਨਹੀਂ ਕੋਈ। ਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਤੋਂ ਵੱਖਰੀ ਹਸਤੀ ਕਿਹੜੀ ਹੈ ਅਸੀਂ ਨਹੀਂ ਵੇਖੀ। ਕੋਈ ਵੀ ਨਹੀਂ ਦੱਸ ਸਕਦਾ ਕਿ ਕਿਹੜੀ ਉਹ ਹਸਤੀ ਹੈ ਜਿਹੜੀ ਪਰਮਾਤਮਾ ਤੋਂ ਵੱਖਰੀ ਹੈ। ਕੋਈ ਨਹੀਂ ਕਹਿ ਸਕਦਾ ਕਿ ਕਿਹੜੀ ਉਹ ਚੀਜ਼ ਹੈ ਜਿਹਦੇ ਵਿੱਚ ਪਰਮਾਤਮਾ ਦਾ ਵਾਸ ਨਹੀਂ ਹੈ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮਹਿ ਏਕ ਨਿਰੰਜਨ ਸੋਈ ਰਹਾਉ। ਉਹ ਨਿਰੰਜਨ ਪਰਮਾਤਮਾ, ਉਹ ਇੱਕ ਨਿਰੰਜਨ ਪਰਮਾਤਮਾ ਸਭ ਜੀਵਾਂ, ਸਭ ਵਸਤੂਆਂ, ਸਭ ਸ਼ੈਆਂ ਦੇ ਵਿੱਚ ਮੌਜੂਦ ਹੈ। ਦੂਜੀ ਦੁਰਮਤ ਆਖੈ ਦੋਏ। ਇਹ ਜੋ ਦੁਰਮਤ ਹੈ, ਮਨਮਤ ਹੈ, ਜੋ ਮਾਇਆ ਤੋਂ ਉਤਪੰਨ ਹੁੰਦੀ ਹੈ, ਉਹ ਕਹਿੰਦੀ ਹੈ ਕਿ ਦੋ ਨੇ। ਉਹ ਕਹਿੰਦੀ ਹੈ ਕਿ ਪਰਮਾਤਮਾ ਵੱਖਰਾ ਹੈ, ਮਾਇਆ ਵੱਖਰੀ ਹੈ। ਇਸੇ ਖਿਆਲ ਦੇ ਵਿੱਚੋਂ ਹੀ ਉਦਾਸੀਪੁਣਾ ਉਪਜਦਾ ਹੈ। ਜਦੋਂ ਤੁਸੀਂ ਮਾਇਆ ਨੂੰ, ਇਸ ਸੰਸਾਰਿਕ ਜੀਵਨ ਨੂੰ ਤੇ ਪਰਮਾਤਮਾ ਨੂੰ ਵੱਖਰਾ ਵੱਖਰਾ ਸਮਝਦੇ ਹੋ, ਉਦੋਂ ਤੁਸੀਂ ਇਹ ਸੋਚਦੇ ਹੋ ਕਿ ਜੇ ਸੰਸਾਰਿਕ ਜੀਵਨ, ਜੇ ਮਾਇਆ ਦੇ ਬੰਧਨਾਂ ਤੋਂ ਬਚਣਾ ਹੈ, ਮਾਇਆ ਦੇ ਬੰਧਨਾਂ ਨੂੰ ਕੱਟਣਾ ਹੈ, ਤਾਂ ਤੁਹਾਨੂੰ ਇਸ ਸੰਸਾਰਿਕ ਜੀਵਨ ਨੂੰ ਛੱਡਣਾ ਪਏਗਾ, ਉਦਾਸੀ ਹੋਣਾ ਪਏਗਾ, ਜੰਗਲਾਂ ਦੇ ਵਿੱਚ ਜਾ ਕੇ ਬੈਠਣਾ ਪਏਗਾ। ਕਿਉਂਕਿ ਦੂਜੀ ਦੁਰਮਤ ਆਖੈ ਤੋ, ਇਹ ਮਾਇਆ ਤੋਂ ਉਤਪੰਨ ਹੋਣ ਵਾਲੀ ਦੂਜੀ ਦੁਰਮਤ ਹੈ ਜਿਹੜੀ ਕਿ ਦਵੈਤ ਪੈਦਾ ਕਰਦੀ ਹੈ, ਜਿਹੜੀ ਇਹ ਆਖਦੀ ਹੈ ਕਿ ਮਾਇਆ ਤੇ ਪਰਮਾਤਮਾ ਦੋ ਵੱਖਰੀਆਂ ਵੱਖਰੀਆਂ ਹਸਤੀਆਂ ਹਨ। ਆਵੈ ਜਾਏ ਮਰ ਦੂਜਾ ਹੋਏ। ਤੇ ਜਿਹੜਾ ਮਨੁੱਖ ਇਸ ਦੁਰਮਤ ਦੇ ਚੰਗੁਲ ਦੇ ਵਿੱਚ ਫਸ ਗਿਆ, ਉਹ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਮਰ ਕੇ ਆਖਿਰਕਾਰ ਮਾਇਆ ਦਾ ਹੀ ਹੋ ਕੇ ਰਹਿ ਜਾਂਦਾ ਹੈ, ਪਰਮਾਤਮਾ ਤੋਂ ਵਿੱਥ ਪਾ ਜਾਂਦਾ ਹੈ। ਧਰਨ ਗਗਨ ਨਹਿ ਦੇਖੈ ਦੋਏ। ਗੁਰੂ ਜੀ ਕਹਿੰਦੇ ਕਿ ਮੈਂ ਤੇ ਧਰਤੀ ਅਤੇ ਆਕਾਸ਼ ਦੇ ਵਿੱਚ ਕੋਈ ਦਵੈਤ ਨਹੀਂ ਵੇਖਦਾ। ਮੈਂ ਇਹ ਗੱਲ ਨਹੀਂ ਮੰਨਦਾ ਕਿ ਧਰਤੀ ਤੇ ਕੋਈ ਹੋਰ ਪਰਮਾਤਮਾ ਵਸਦਾ ਹੈ, ਆਸਮਾਨ ਦੇ ਵਿੱਚ ਕੋਈ ਹੋਰ ਪਰਮਾਤਮਾ ਵਸਦਾ ਹੈ, ਜਾਂ ਧਰਤੀ ਕਿਸੇ ਹੋਰ ਦੀ ਮਲਕੀਅਤ ਹੈ, ਆਸਮਾਨ ਕਿਸੇ ਹੋਰ ਦਾ ਮਲਕੀਅਤ ਹੈ। ਇਸ ਦਵੈਤ ਨੂੰ ਗੁਰੂ ਜੀ ਕਹਿੰਦੇ ਮੈਂ ਨਹੀਂ ਵੇਖਦਾ। ਧਰਨ ਗਗਨ ਨਹਿ ਦੇਖੈ ਦੋਏ।
ਧਰਤੀ ਅਤੇ ਆਕਾਸ਼ ਨੂੰ ਦੋ ਨਹੀਂ ਦੇਖਦਾ ਮੈਂ। ਨਾਰੀ ਪੁਰਖ ਸਬਾਈ ਲੋਏ, ਸਬਾਈ ਲੋਏ ਤੋਂ ਭਾਵ ਸਾਰੀ ਲੋਕਾਈ। ਗੁਰੂ ਜੀ ਕਹਿੰਦੇ ਕਿ ਸਾਰੀ ਹੀ ਲੋਕਾਈ ਦੇ ਵਿੱਚ, ਸਾਰੀਆਂ ਹੀ ਇਸਤਰੀਆਂ ਦੇ ਵਿੱਚ, ਨਾਰੀਆਂ ਦੇ ਵਿੱਚ, ਪੁਰਖਾਂ ਦੇ ਵਿੱਚ ਸਿਰਫ ਤੇ ਸਿਰਫ ਉਹ ਇੱਕ ਹੀ ਪ੍ਰਮਾਤਮਾ ਵਸ ਰਿਹਾ ਹੈ, ਦਵੈਤ ਕੋਈ ਹੈ ਹੀ ਨਹੀਂ। ਰੱਬ ਸੱਸ ਦੇਖੋ ਦੀਪਕ ਉਜਿਆਲਾ, ਸਰਬ ਨਿਰੰਤਰ ਪ੍ਰੀਤਮ ਬਾਲਾ। ਰੱਬ ਤੋਂ ਭਾਵ ਸੂਰਜ, ਸੱਸ ਤੋਂ ਭਾਵ ਚੰਦਰਮਾ। ਕਹਿੰਦੇ ਸੂਰਜ ਅਤੇ ਚੰਦਰਮਾ ਜੋ ਇਸ ਸ੍ਰਿਸ਼ਟੀ ਦੇ ਦੀਵੇ ਹਨ, ਉਹਨਾਂ ਦਾ ਜੋ ਉਜਾਲਾ ਹੈ, ਮੈਨੂੰ ਉਸ ਉਜਾਲੇ ਦੇ ਵਿੱਚੋਂ ਨਿਰੰਤਰ ਰੂਪ ਦੇ ਵਿੱਚ ਸਦਾ ਜਵਾਨ ਰਹਿਣ ਵਾਲਾ ਉਹ ਪ੍ਰਮਾਤਮਾ ਨਜ਼ਰ ਆਉਂਦਾ ਹੈ। ਸਰਬ ਨਿਰੰਤਰ ਪ੍ਰੀਤਮ ਬਾਲਾ। ਜੇ ਇਹਨਾਂ ਚਾਰ ਪੰਕਤੀਆਂ ਜੋ ਪਿਛਲੀਆਂ ਚਾਰ ਪੰਕਤੀਆਂ ਅਸੀਂ ਪੜ੍ਹੀਆਂ ਹਨ ਕਿ ਧਰਨ ਗਗਨ ਨਹਿ ਦੇਖੋ ਦੋਏ, ਨਾਰੀ ਪੁਰਖ ਸਬਾਈ ਲੋਏ, ਰੱਬ ਸੱਸ ਦੇਖੋ ਦੀਪਕ ਉਜਿਆਲਾ, ਸਰਬ ਨਿਰੰਤਰ ਪ੍ਰੀਤਮ ਬਾਲਾ, ਤਾਂ ਗੁਰੂ ਜੀ ਕਹਿ ਰਹੇ ਨੇ ਕਿ ਭਾਵੇਂ ਧਰਤੀ ਹੈ, ਭਾਵੇਂ ਆਕਾਸ਼ ਹੈ, ਸੂਰਜ ਹੈ, ਚੰਦਰਮਾ ਹੈ, ਉਹਨਾਂ ਦਾ ਉਜਾਲਾ ਹੈ, ਸਾਰੀ ਲੋਕਾਈ ਹੈ, ਨਾਰੀ ਹੈ, ਪੁਰਖ ਹੈ, ਸਭਨਾਂ ਦੇ ਵਿੱਚ ਮੈਨੂੰ ਇੱਕ ਸਾਰ ਉਹ ਪ੍ਰਮਾਤਮਾ ਵਸਿਆ ਨਜ਼ਰ ਆਉਂਦਾ ਹੈ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰ ਮੋਕੋ ਏਕ ਬੁਝਾਇਆ। ਗੁਰੂ ਜੀ ਕਹਿੰਦੇ ਕਿ ਮੇਰੇ ਸਤਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੇਰਾ ਚਿੱਤ ਉਸ ਪ੍ਰਮਾਤਮਾ ਦੇ ਵਿੱਚ ਜੋੜਿਆ। ਮੇਰਾ ਚਿੱਤ ਉਸ ਪ੍ਰਮਾਤਮਾ ਦੇ ਵਿੱਚ ਜੋੜ ਕੇ ਮੇਰੇ ਸਤਿਗੁਰੂ ਨੇ ਮੈਨੂੰ ਇੱਕ ਗੱਲ ਸਮਝਾਈ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਇੱਕ ਪ੍ਰਮਾਤਮਾ ਵਸਦਾ ਹੈ। ਉਸ ਇੱਕ ਦਾ ਭੇਤ ਮੈਨੂੰ ਬੁਝਾ ਦਿੱਤਾ, ਮੈਨੂੰ ਸਮਝਾ ਦਿੱਤਾ, ਮੇਰੇ ਖਾਨੇ ਦੇ ਵਿੱਚ ਇਹ ਗੱਲ ਪਾ ਦਿੱਤੀ ਕਿ ਦਵੈਤ ਕੋਈ ਵੀ ਨਹੀਂ ਹੈ ਇਸ ਸ੍ਰਿਸ਼ਟੀ ਦੇ ਵਿੱਚ, ਸਾਰੀ ਹੀ ਸ੍ਰਿਸ਼ਟੀ ਦੇ ਵਿੱਚ ਉਹ ਪ੍ਰਮਾਤਮਾ ਆਪ ਵਸ ਰਿਹਾ ਹੈ। ਏਕ ਨਿਰੰਜਨ ਗੁਰਮੁਖ ਜਾਤਾ। ਜੋ ਗੁਰਮੁਖ ਹੈ ਉਹ ਇਹ ਗੱਲ ਨੂੰ ਜਾਣਦਾ ਹੈ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਇੱਕ ਨਿਰੰਜਨ ਪ੍ਰਮਾਤਮਾ ਵਸ ਰਿਹਾ ਹੈ। ਦੂਜਾ ਮਾਰ ਸ਼ਬਦ ਪਛਾਤਾ। ਗੁਰੂ ਦੇ ਸ਼ਬਦਾਂ ਦੀ ਬਰਕਤ ਦੇ ਨਾਲ ਆਪਣੇ ਅੰਦਰੋਂ ਦਵੈਤ ਨੂੰ ਮਾਰ ਕੇ ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ, ਅਸੀਂ ਇਸ ਗੱਲ ਨੂੰ ਜਾਣ ਸਕਦੇ ਹਾਂ, ਉਸ ਪ੍ਰਮਾਤਮਾ ਦੀ ਮੌਜੂਦਗੀ ਨੂੰ ਪਛਾਣ ਸਕਦੇ ਹਾਂ। ਇੱਕੋ ਹੁਕਮ ਵਰਤੈ ਸਭ ਲੋਈ, ਏਕਸ ਤੇ ਸਭ ਓਪਤ ਹੋਈ। ਸਾਰੀ ਸ੍ਰਿਸ਼ਟੀ ਦੇ ਵਿੱਚ, ਸਾਰੀ ਲੋਕਾਈ ਦੇ ਵਿੱਚ ਉਸ ਇੱਕ ਪ੍ਰਮਾਤਮਾ ਦਾ ਹੀ ਹੁਕਮ ਵਰਤ ਰਿਹਾ ਹੈ। ਜੋ ਕੁਝ ਵੀ ਵਰਤਾਰੇ ਹੋ ਰਹੇ ਨੇ ਉਹਦੇ ਹੁਕਮ ਦੇ ਅਧੀਨ ਹੋ ਰਹੇ ਨੇ। ਉਸ ਇੱਕ ਤੋਂ ਹੀ ਇਸ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ। ਰਾਹ ਦੋਵੈ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ। ਗੁਰੂ ਜੀ ਕਹਿੰਦੇ ਕਿ ਹੇ ਮਨੁੱਖ, ਹੇ ਜੀਵ, ਬੇਸ਼ੱਕ ਰਸਤੇ ਦੋ ਨੇ, ਬੇਸ਼ੱਕ ਇੱਕ ਗੁਰਮਤ ਦਾ ਤੇ ਇੱਕ ਦੁਰਮਤ ਦਾ ਰਸਤਾ ਹੈ, ਦੋ ਰਸਤੇ ਨੇ, ਪਰ ਦੋਨਾਂ ਹੀ ਰਸਤਿਆਂ ਦਾ ਖਸਮ, ਦੋਨਾਂ ਹੀ ਰਸਤਿਆਂ ਦਾ ਮਾਲਕ ਉਸ ਇੱਕ ਪ੍ਰਮਾਤਮਾ ਨੂੰ ਜਾਣ। ਫਰਕ ਸਿਰਫ ਇੰਨਾ ਹੈ ਕਿ ਗੁਰਮਤ ਦੇ ਰਸਤੇ ਤੇ ਚੱਲਣ ਵਾਲਾ ਮਨੁੱਖ ਉਸ ਪ੍ਰਮਾਤਮਾ ਦੀ ਹੋਂਦ ਨੂੰ ਮੰਨ ਕੇ ਚੱਲਦਾ ਹੈ। ਉਹ ਸਦਾ ਇਸ ਗੱਲ ਦਾ ਖਿਆਲ ਕਰਕੇ ਚੱਲਦਾ ਹੈ ਕਿ ਉਹ ਪ੍ਰਮਾਤਮਾ ਕਣ ਕਣ ਦੇ ਵਿੱਚ ਮੌਜੂਦ ਹੈ। ਉਹ ਪ੍ਰਮਾਤਮਾ ਮੇਰੇ ਅੰਦਰ ਵੀ ਵਸਿਆ ਹੋਇਆ ਹੈ, ਆਸੇ-ਪਾਸੇ ਦੇ ਜੀਵਾਂ ਅੰਦਰ ਵੀ ਵਸਿਆ ਹੋਇਆ ਹੈ। ਤੇ ਜਿਹੜਾ ਦੁਰਮਤ ਤੇ ਚੱਲਦਾ ਹੈ ਉਹ ਪ੍ਰਮਾਤਮਾ ਦੀ ਹਸਤੀ ਨੂੰ ਇਗਨੋਰ ਕਰਕੇ ਚੱਲਦਾ ਹੈ। ਉਹ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਨਹੀਂ, ਪਰ ਕਿਸੇ ਦੇ ਮੰਨਣ ਜਾਂ ਨਾ ਮੰਨਣ ਦੇ ਨਾਲ ਉਸ ਪ੍ਰਮਾਤਮਾ ਦੀ ਹੋਂਦ, ਉਹਦੀ ਹਸਤੀ, ਉਹਦੀ ਮਲਕੀਅਤ ਖਤਮ ਨਹੀਂ ਹੋ ਜਾਂਦੀ। ਇਸ ਗੱਲ ਨੂੰ ਗੁਰੂ ਜੀ ਇਸ ਪੰਕਤੀ ਦੇ ਵਿੱਚ ਸਮਝਾ ਰਹੇ ਨੇ ਕਿ ਰਾਹ ਦੋ ਹੈ ਖਸਮ ਏਕੋ ਜਾਣ, ਕਿ ਬੇਸ਼ੱਕ ਰਾਹ ਦੋ ਨੇ ਪਰ ਖਸਮ ਇੱਕ ਹੀ ਹੈ। ਦੋਨਾਂ ਹੀ ਰਸਤਿਆਂ ਦਾ ਮਾਲਕ ਉਹ ਪ੍ਰਮਾਤਮਾ ਇੱਕ ਹੀ ਹੈ। ਗੁਰ ਕੈ ਸ਼ਬਦ ਹੁਕਮ ਪਛਾਣ। ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ ਉਸ ਪ੍ਰਮਾਤਮਾ ਦੇ ਹੁਕਮ ਨੂੰ ਪਛਾਣ। ਇਹ ਗੱਲ ਮੰਨ ਕਿ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਲਾਹੀ। ਇਹ ਨਾਨਕ ਇਹ ਆਖ ਕਿ ਮੈਂ ਸਿਰਫ ਉਸ ਇੱਕ ਪਰਮਾਤਮਾ ਨੂੰ ਸਲਾਉਂਦਾ ਹਾਂ
ਜਿਹੜਾ ਸਾਰੇ ਹੀ ਰੂਪਾਂ ਦੇ ਵਿੱਚ, ਸਾਰੇ ਹੀ ਵਰਨਾਂ ਦੇ ਵਿੱਚ, ਸਾਰੇ ਹੀ ਜੀਵਾਂ ਦੇ ਮਨਾਂ ਦੇ ਵਿੱਚ ਸਮਾਇਆ ਹੋਇਆ ਹੈ। ਉਹ ਰੰਗ ਦੇ ਆਧਾਰ 'ਤੇ, ਵਰਨ ਦੇ ਆਧਾਰ 'ਤੇ, ਜਾਤੀ ਦੇ ਆਧਾਰ 'ਤੇ, ਕੰਮ ਦੇ ਆਧਾਰ 'ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦਾ। ਸਾਰਿਆਂ ਦੇ ਵਿੱਚ ਇੱਕ ਸਾਰ, ਇੱਕ ਮਾਤਰਾ ਦੇ ਵਿੱਚ ਸਮਾਇਆ ਹੋਇਆ ਹੈ। ਗੌੜੀ ਮਹਿਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ। ਇਹ ਜੋ ਪੂਰਾ ਸ਼ਬਦ ਹੈ ਇਹ ਜੋਗੀਆਂ ਦੇ ਬਾਰੇ ਵਿੱਚ ਹੈ। ਜੇਕਰ ਤੁਸੀਂ ਇਤਿਹਾਸ ਤੋਂ ਜਾਣੂ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਬਹੁਤ ਹੀ ਸਾਰੇ ਜੋਗੀਆਂ ਦੇ ਨਾਲ ਵਿਚਾਰ ਚਰਚਾਵਾਂ ਕੀਤੀਆਂ। ਉਹਨਾਂ ਚਰਚਾਵਾਂ ਦੇ ਆਧਾਰ 'ਤੇ ਜਾਂ ਉਹਨਾਂ ਚਰਚਾਵਾਂ ਦੇ ਦੌਰਾਨ ਗੁਰੂ ਜੀ ਨੇ ਕਈ ਸਾਰੇ ਸ਼ਬਦ ਲਿਖੇ ਹਨ। ਇਹ ਉਹਨਾਂ ਸ਼ਬਦਾਂ ਦੇ ਵਿੱਚੋਂ ਇੱਕ ਜਾਪਦਾ ਹੈ। ਯੋਗ ਸਾਧਨਾ ਦੀ ਜੋ ਪਰੰਪਰਾ ਸੀ ਜਾਂ ਯੋਗ ਨੂੰ ਮੰਨਣ ਵਾਲੇ ਲੋਕਾਂ ਦਾ ਜੋ ਇੱਕ ਤਬਕਾ ਸੀ, ਉਹ ਬੁੱਧ ਧਰਮ ਦੇ ਵਿੱਚੋਂ ਪੈਦਾ ਹੋਇਆ ਸੀ, ਬੁੱਧ ਧਰਮ 'ਚੋਂ ਨਿਖੜ ਕੇ ਬਣਿਆ ਹੋਇਆ ਸੀ। ਤੇ ਉਹਨਾਂ ਦੀ ਪ੍ਰਮੁੱਖ ਵਿਚਾਰਧਾਰਾ ਇਹ ਸੀ ਕਿ ਜੇਕਰ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ, ਮੁਕਤੀ ਹਾਸਲ ਕਰਨੀ ਹੈ, ਤਾਂ ਸੰਸਾਰਿਕ ਜੀਵਨ ਨੂੰ ਤਿਆਗ ਕੇ ਜੰਗਲਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਜਾ ਕੇ ਬੈਠ ਜਾਓ ਤੇ ਤਪ ਕਰੋ, ਜਪ ਕਰੋ, ਤਪ ਕਰੋ, ਪਾਠ ਕਰੋ। ਗੁਰੂ ਜੀ ਨੇ ਵਾਰ-ਵਾਰ ਉਹਨਾਂ ਦੀ ਇਸ ਵਿਚਾਰਧਾਰਾ ਦਾ ਖੰਡਨ ਕੀਤਾ ਹੈ। ਉਹਨਾਂ ਨੂੰ ਅਸਲੀ ਭਗਤੀ, ਅਸਲ ਜਪ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਸ਼ਬਦ ਦੇ ਵਿੱਚ ਵੀ ਉਹ ਕੋਸ਼ਿਸ਼ ਝਲਕਦੀ ਹੈ। ਤਾਂ ਗੁਰੂ ਜੀ ਕਹਿੰਦੇ ਹਨ ਕਿ ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ। ਕਿ ਜੇਕਰ ਕੋਈ ਮਨੁੱਖ ਅਧਿਆਤਮਕ ਕਾਰਜ ਕਰੇ ਤਾਂ ਹੀ ਉਹ ਸੱਚਾ ਜੋਗੀ ਹੈ। ਅਧਿਆਤਮਕ ਕਾਰਜਾਂ ਦੇ ਵਿੱਚ ਤੇ ਧਾਰਮਿਕ ਕਾਰਜਾਂ ਦੇ ਵਿੱਚ ਫਰਕ ਹੁੰਦਾ ਹੈ। ਇਸ ਫਰਕ ਨੂੰ ਅੱਗੇ ਚੱਲ ਕੇ ਕਿਸੇ ਅਲੱਗ ਵੀਡੀਓ ਦੇ ਵਿੱਚ ਜ਼ਰੂਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਪਰ ਜੋ ਕਰਮ ਕਾਂਡ ਨੇ ਉਹ ਧਾਰਮਿਕ ਕਾਰਜ ਹੁੰਦੇ ਨੇ ਤੇ ਜੋ ਉਸ ਪ੍ਰਮਾਤਮਾ ਨੂੰ ਸਮਝਣ ਦੇ ਲਈ ਕਾਰਜ ਕੀਤਾ ਜਾਂਦਾ ਹੈ ਉਹ ਅਧਿਆਤਮਕ ਕਾਰਜ ਹੁੰਦਾ ਹੈ। ਛੋਟੀ ਜਿਹੀ ਉਦਾਹਰਣ ਦੇ ਸਕਦੇ ਹਾਂ ਕਿ ਤੁਸੀਂ ਬਾਣੀ ਨੂੰ ਇਸ ਪ੍ਰਕਾਰ ਜੋ ਸੁਣ ਰਹੇ ਹੋ, ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਅਧਿਆਤਮਕ ਕਾਰਜ ਹੈ। ਤੇ ਜੋ ਅਸੀਂ ਨਿਤਨੇਮ ਦਾ ਪਾਠ ਕਰਦੇ ਹਾਂ ਉਹ ਧਾਰਮਿਕ ਕਾਰਜ ਹੈ। ਤਾਂ ਗੁਰੂ ਜੀ ਕਹਿੰਦੇ ਹਨ ਕਿ ਅਧਿਆਤਮ ਕਰਮ ਕਰੇ ਤਾਂ ਸਾਚਾ, ਕਿ ਸੱਚਾ ਜੋਗੀ ਤਾਂ ਹੀ ਹੈ ਜੇ ਅਧਿਆਤਮਕ ਕਾਰਜ ਕਰੇ, ਆਪਣੀ ਆਤਮਿਕ ਜੀਵਨ ਨੂੰ ਉੱਚਾ ਚੁੱਕਣ ਵਾਲੇ ਕਾਰਜ ਕਰੇ, ਉਸ ਪਰਮਾਤਮਾ ਨੂੰ ਸਮਝਣ ਦਾ ਕਾਰਜ ਕਰੇ, ਉਹਦੇ ਹੁਕਮ ਨੂੰ ਪਛਾਣਨ ਦਾ ਕਾਰਜ ਕਰੇ। ਨਹੀਂ ਤਾਂ ਮੁਕਤ ਭੇਦ ਕਿਆ ਜਾਣੈ ਕਾਚਾ। ਜਿਹੜਾ ਅਣਜਾਣ ਮਨੁੱਖ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਲੱਗਿਆ ਹੋਇਆ ਹੈ, ਉਹਨੂੰ ਮੁਕਤੀ ਦਾ ਭੇਦ ਕੀ ਪਤਾ ਹੈ। ਉਹ ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਦੇ ਭੇਤ ਨੂੰ ਸਮਝ ਹੀ ਨਹੀਂ ਪਾਉਂਦਾ। ਤੇ ਜਿਹੜਾ ਸੱਚੇ ਜੋਗੀ ਦੀ ਗੁਰੂ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਗੱਲ ਕੀਤੀ ਹੈ, ਉਹਨੂੰ ਅੱਗੇ ਤੋਰਦੇ ਹੋਏ ਕਹਿੰਦੇ ਹਨ, ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ ਰਹਾਉ। ਕਿ ਅਧਿਆਤਮਕ ਕਾਰਮ ਕਰਨ ਵਾਲਾ ਜੋ ਸੱਚਾ ਜੋਗੀ ਹੈ ਉਹ ਅਜਿਹਾ ਜੋਗੀ ਹੈ ਜਿਹੜਾ ਜੀਵਨ ਦੀ ਜੁਗਤ ਨੂੰ ਸਮਝਦਾ ਹੈ, ਜੋ ਸਹੀ ਜੁਗਤ ਨੂੰ ਸਮਝਦਾ ਹੈ, ਆਪਣੇ ਅੰਦਰੋਂ ਪੰਜੇ ਵਿਕਾਰਾਂ ਨੂੰ ਮਾਰ ਕੇ ਉਸ ਸੱਚੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਦਾ ਹੈ, ਆਪਣੇ ਹਿਰਦੇ ਦੇ ਵਿੱਚ ਵਸਦਾ ਹੈ, ਸਦਾ ਚੇਤੇ ਰੱਖਦਾ ਹੈ। ਜਿਸ ਕਾ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਅਜਿਹੀ ਜੋਗ ਜੁਗਤ ਦੀ ਕੀਮਤ ਉਹੀ ਮਨੁੱਖ ਪਾ ਸਕਦਾ ਹੈ ਜਿਸ ਦੇ ਅੰਦਰ ਉਹ ਪ੍ਰਮਾਤਮਾ ਆਪ ਆਪਣਾ ਸੱਚ ਵਸਾਵੇ। ਜਿਸ ਮਨੁੱਖ ਤੇ ਉਹ ਪ੍ਰਮਾਤਮਾ ਖੁਦ ਮਿਹਰ ਕਰਕੇ ਆਪਣਾ ਨਾਮ ਉਹਦੇ ਹਿਰਦੇ ਦੇ ਵਿੱਚ ਵਸਾਵੇ, ਉਹੀ ਮਨੁੱਖ ਅਸਲੀ ਜੋਗ ਜੁਗਤ, ਅਸਲੀ ਜੀਵਨ ਜੁਗਤ ਦੀ ਕਦਰ ਪਾ ਸਕਦਾ ਹੈ। ਰਬ ਸੱਸ ਏਕੋ ਗ੍ਰਹਿ ਉਦਿਆਨੈ, ਕਰਨੀ ਕੀਰਤ ਕਰਮ ਸਮਾਨੈ। ਅਜਿਹਾ ਸੱਚਾ ਜੋਗੀ ਸੂਰਜ, ਚੰਦਰਮਾ, ਘਰ ਅਤੇ ਜੰਗਲ ਸਾਰਿਆਂ ਨੂੰ ਇੱਕ ਕਰਕੇ ਜਾਣਦਾ ਹੈ। ਸੂਰਜ ਤੋਂ ਇੱਥੇ ਭਾਵ ਹੈ ਤਪਸ਼ ਤੇ ਚੰਦਰਮਾ ਤੋਂ ਭਾਵ ਹੈ ਠੰਡਕ। ਤੇ ਇਹਨਾਂ ਦੇ ਹੋਰ ਅਰਥ ਬਣਦੇ ਹਨ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮਾੜੀਆਂ ਤੇ ਚੰਗੀਆਂ ਘਟਨਾਵਾਂ। ਤਪਸ਼ ਜਦੋਂ ਸਾਨੂੰ ਕੋਈ ਉੱਚਾ ਬੋਲ ਜਾਵੇ, ਠੰਡਕ ਜਦੋਂ ਸਾਨੂੰ ਕੋਈ ਨਿਮਰਤਾ ਸਹਿਤ ਬੋਲੇ। ਇਹਨਾਂ ਦੋਹਾਂ ਦੇ ਵਿੱਚੋਂ ਫਰਕ ਨੂੰ ਮਿਟਾਉਣਾ। ਗ੍ਰਹਿ ਉਦਿਆਨੈ, ਗ੍ਰਹਿ ਤੋਂ ਭਾਵ ਘਰ, ਉਦਿਆਨੈ ਤੋਂ ਭਾਵ ਜੰਗਲ। ਗ੍ਰਹਿ ਤੋਂ ਭਾਵ ਸੰਸਾਰਿਕ ਜੀਵਨ, ਜੰਗਲ ਤੋਂ ਭਾਵ ਸੰਸਾਰਿਕ ਜੀਵਨ ਤੋਂ ਪਰੇ ਚਲੇ ਜਾਣਾ।
ਉਦਾਸੀਨ ਜੀਵਨ। ਗੁਰੂ ਜੀ ਕਹਿੰਦੇ ਕਿ ਜੋ ਸੱਚਾ ਜੋਗੀ ਹੈ ਉਹ ਇਹਨਾਂ ਦੇ ਵਿੱਚ ਫਰਕ ਨਹੀਂ ਕਰਦਾ। ਉਹ ਤਪਸ਼ ਅਤੇ ਠੰਡਕ ਦੇ ਵਿੱਚ, ਸੰਸਾਰਿਕ ਤੇ ਉਦਾਸੀਨ ਜੀਵਨ ਦੇ ਵਿੱਚ ਫਰਕ ਨਹੀਂ ਕਰਦਾ। ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਜਪਣਾ, ਉਹਦੀ ਸਿਫਤ ਸਲਾਹ ਕਰਨੀ, ਉਹਦਾ ਕੀਰਤਨ ਕਰਨਾ ਉਹਦੀ ਜ਼ਿੰਦਗੀ ਦਾ ਸਧਾਰਨ ਕਾਰਜ ਬਣ ਜਾਂਦਾ ਹੈ। ਸਧਾਰਨ ਕਾਰਜ ਬਣਨ ਤੋਂ ਭਾਵ ਕਿ ਉਹ ਸੁਤੇ ਹੀ ਉਸ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖਦਾ ਹੈ। ਉਸ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਉਹਨੂੰ ਕਿਸੇ ਖਾਸ ਅਵਸਥਾ ਜਾਂ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ। ਕਿਸੇ ਖਾਸ ਸਮੇਂ ਤੇ ਉਸ ਪਰਮਾਤਮਾ ਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ। ਪਰਮਾਤਮਾ ਉਹਦੇ ਜੀਵਨ ਦਾ ਸਧਾਰਨ ਅੰਗ ਬਣ ਜਾਂਦਾ ਹੈ। ਜੋ ਸੱਚਾ ਜੋਗੀ ਹੈ, ਪਰਮਾਤਮਾ ਉਹਦੇ ਲਈ ਉਹਦੇ ਸਾਹਾਂ ਵਰਗਾ ਹੋ ਜਾਂਦਾ ਹੈ। ਜਿਸ ਪ੍ਰਕਾਰ ਕੇ ਸਾਹ ਲੈਣ ਦੇ ਲਈ ਸਾਨੂੰ ਕਿਸੇ ਖਾਸ ਅਵਸਥਾ, ਖਾਸ ਸਮੇਂ ਜਾਂ ਖਾਸ ਥਾਂ ਦੀ ਲੋੜ ਨਹੀਂ ਪੈਂਦੀ, ਉਸੇ ਪ੍ਰਕਾਰ ਹੀ ਸੱਚੇ ਜੋਗੀ ਦੇ ਲਈ ਪਰਮਾਤਮਾ ਦਾ ਨਾਮ ਬਣ ਜਾਂਦਾ ਹੈ ਕਿ ਉਹ ਸਦਾ ਹੀ ਉਹਦੇ ਨਾਲ ਰਹਿੰਦਾ ਹੈ, ਸਦਾ ਹੀ ਉਹਦੇ ਚੇਤੇ ਦੇ ਵਿੱਚ ਰਹਿੰਦਾ ਹੈ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ। ਜੋ ਅਖੌਤੀ ਜੋਗੀ ਨੇ ਉਹ ਕਹਿਣ ਨੂੰ ਤਾਂ ਉਦਾਸੀਨ ਹੋ ਜਾਂਦੇ ਨੇ, ਸੰਸਾਰ ਤੋਂ ਦੂਰ ਚਲੇ ਜਾਂਦੇ ਨੇ, ਕੰਮਕਾਰ ਨਹੀਂ ਕਰਦੇ, ਧਨ ਇਕੱਠਾ ਨਹੀਂ ਕਰਦੇ, ਪਰ ਆਪਣੇ ਆਪ ਨੂੰ ਜੀਵਤ ਰੱਖਣ ਦੇ ਲਈ ਸੰਸਾਰਕ ਜੀਵਾਂ ਤੋਂ ਹੀ, ਸੰਸਾਰਕ ਮਨੁੱਖਾਂ ਤੋਂ ਹੀ ਭਿਖਿਆ ਮੰਗਦੇ ਨੇ। ਜ਼ਰਾ ਸੋਚ ਕੇ ਵੇਖੋ ਕਿ ਕਿੱਡਾ ਵੱਡਾ ਦੋਗਲਾਪਨ ਹੈ ਕਿ ਇੱਕ ਪਾਸੇ ਤੇ ਤੁਸੀਂ ਸੰਸਾਰ ਤੋਂ ਦੂਰ ਹੋਣਾ ਚਾਹ ਰਹੇ ਹੋ ਤੇ ਦੂਜੇ ਪਾਸੇ ਜਿਹੜੇ ਗ੍ਰਹਿਸਥੀ ਲੋਕ ਨੇ, ਸੰਸਾਰਕ ਲੋਕ ਨੇ, ਉਹਨਾਂ ਤੋਂ ਹੀ ਮੰਗ ਕੇ ਤੁਸੀਂ ਖਾਣਾ ਖਾ ਰਹੇ ਹੋ। ਇੱਕ ਪਾਸੇ ਤੁਸੀਂ ਇਹ ਸੋਚਦੇ ਹੋ ਕਿ ਸੰਸਾਰਕ ਜੀਵਨ ਮਹੱਤਵਪੂਰਨ ਨਹੀਂ ਤੇ ਦੂਜੇ ਪਾਸੇ ਤੁਸੀਂ ਸੰਸਾਰਕ ਜੀਵਨ ਜਿਉਂ ਰਹੇ ਲੋਕਾਂ ਤੋਂ ਹੀ ਮੰਗ ਕੇ ਖਾਂਦੇ ਹੋ। ਤੇ ਜੇਕਰ ਉਹ ਤੁਹਾਨੂੰ ਖਾਣਾ ਪ੍ਰਦਾਨ ਕਰ ਰਹੇ ਨੇ ਤਾਂ ਫਿਰ ਮਹੱਤਵਪੂਰਨ ਕਿਉਂ ਨਾ ਹੋਵੇ। ਤਾਂ ਗੁਰੂ ਜੀ ਕਹਿੰਦੇ ਸੱਚਾ ਜੋਗੀ ਉਹ ਹੈ ਜੋ ਏਕ ਸ਼ਬਦ ਇੱਕ ਭਿਖਿਆ ਮੰਗੇ। ਜਿਹੜਾ ਭਿਖਿਆ ਦੇ ਵਿੱਚ ਇੱਕ ਸ਼ਬਦ ਮੰਗੇ, ਗੁਰੂ ਦਾ ਸ਼ਬਦ ਮੰਗੇ, ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਖੈਰ ਮੰਗੇ, ਉਹਦੇ ਅੰਦਰ ਸੱਚ ਰੂਪ ਉਹ ਪਰਮਾਤਮਾ ਜਾਗ ਪੈਂਦਾ ਹੈ। ਉਹਨੂੰ ਉਸ ਪਰਮਾਤਮਾ ਦਾ ਗਿਆਨ ਹੋ ਜਾਂਦਾ ਹੈ, ਉਹਦਾ ਧਿਆਨ ਉਸ ਪਰਮਾਤਮਾ ਦੇ ਵਿੱਚ ਲੱਗ ਜਾਂਦਾ ਹੈ, ਉਹਨੂੰ ਸਹੀ ਜੀਵਨ ਜਾਂਚ ਦੀ ਜੁਗਤ ਆ ਜਾਂਦੀ ਹੈ। ਗਿਆਨ ਧਿਆਨ ਜੁਗਤ ਸੱਚ ਜਾਗੈ, ਭੈ ਰਚ ਰਹੈ ਨਾ ਬਾਹਰ ਜਾਏ। ਉਹਦੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਦਾ ਡਰ ਅਦਬ ਵਸ ਜਾਂਦਾ ਹੈ। ਉਹ ਉਸ ਪਰਮਾਤਮਾ ਦੇ ਡਰ ਅਦਬ ਤੋਂ ਬਾਹਰ ਨਹੀਂ ਜਾਂਦਾ। ਕੀਮਤ ਕੌਣ ਰਹੈ ਲਿਵ ਲਾਏ। ਕਹਿੰਦੇ ਜਿਸ ਜੋਗੀ ਦੀ ਲਿਵ ਉਸ ਪਰਮਾਤਮਾ ਦੇ ਨਾਲ ਲੱਗ ਗਈ ਉਹਦੀ ਕੀਮਤ ਕੌਣ ਪਾ ਸਕਦਾ ਹੈ। ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਪਰ ਜੀਵਾਂ ਦੇ ਵੱਸ ਦੀ ਗੱਲ ਵੀ ਨਹੀਂ। ਜਿਨ੍ਹਾਂ ਨੂੰ ਉਹ ਪਰਮਾਤਮਾ ਮੇਲਦਾ ਹੈ ਆਪਣੇ ਆਪ ਦੇ ਨਾਲ ਜਾਂ ਗੁਰੂ ਦੇ ਨਾਲ, ਜਿਨ੍ਹਾਂ ਦੇ ਭਰਮਾਂ ਨੂੰ ਉਹ ਪਰਮਾਤਮਾ ਆਪ ਖਤਮ ਕਰਦਾ ਹੈ, ਉਹਨਾਂ ਦੇ ਹੀ ਭਰਮ ਖਤਮ ਹੁੰਦੇ ਹਨ, ਉਹਨਾਂ ਦਾ ਹੀ ਮਿਲਾਪ ਪਰਮਾਤਮਾ ਦੇ ਨਾਲ ਹੁੰਦਾ ਹੈ। ਉਹ ਹੀ ਗੁਰੂ ਦੀ ਕਿਰਪਾ ਦੇ ਨਾਲ ਉੱਚ ਆਤਮਿਕ ਦਰਜਾ ਹਾਸਲ ਕਰਦੇ ਹਨ, ਪਰਮ ਪਦ ਪਾਉਂਦੇ ਹਨ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਸੱਚਾ ਜੋਗੀ ਗੁਰੂ ਦੀ ਦੱਸੀ ਹੋਈ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦਾਂ ਨੂੰ ਵਿਚਾਰਦਾ ਹੈ, ਉਸ ਪਰਮਾਤਮਾ ਦੇ ਨਾਲ ਲਿਵ ਲਾਉਂਦਾ ਹੈ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਦਾ ਹੈ। ਹਉਮੈ ਮਾਰੇ ਕਰਨੀ ਸਾਰ ਸਰਵ ਉੱਚ ਕਾਰਜ ਹੈ ਮਨੁੱਖ ਦੇ ਲਈ। ਜੇਕਰ ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਏ ਤਾਂ, ਜੇ ਅਸੀਂ ਆਪਣੇ ਅੰਦਰੋਂ ਮੈਂ ਨੂੰ ਖਤਮ ਕਰ ਲਈਏ ਤਾਂ ਉਹ ਸਾਡੇ ਜੀਵਨ ਦਾ ਸ੍ਰੇਸ਼ਟ ਕਾਰਜ ਹੋਏਗਾ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। हे ਨਾਨਕ, ਇਹ ਆਖ ਕਿ ਜਿਸ ਮਨੁੱਖ ਨੇ ਜਾਂ ਜਿਸ ਜੋਗੀ ਨੇ ਉਸ ਅਪਰੰਪਰ ਪਰਮਾਤਮਾ ਨੂੰ ਮੰਨ ਲਿਆ, ਉਹਦੇ ਲਈ ਉਸ ਪਰਮਾਤਮਾ ਦਾ ਨਾਮ ਹੀ ਹਰ ਪ੍ਰਕਾਰ ਦਾ ਜਪ ਤਪ ਸੰਜਮ ਪਾਠ ਪੁਰਾਣ ਹੋ ਜਾਂਦਾ ਹੈ। ਗੌੜੀ ਮਹਿਲਾ ਪਹਿਲਾ। ਖਿਮਾ ਗਹੀ ਵਰਤ ਸੀਲ ਸੰਤੋਖ, ਰੋਗ ਨਾ ਵਿਆਪੈ ਨਾ ਜਮ ਦੋਖ, ਮੁਕਤ ਭਏ ਪ੍ਰਭ ਰੂਪ ਨਾ ਰੇਖ। ਜੋ ਪਿਛਲੇ ਸ਼ਬਦ ਦੇ ਵਿੱਚ ਜੋਗੀ ਦੀ ਗੱਲ ਹੋ ਰਹੀ ਸੀ, ਉਹ ਇਸ ਸ਼ਬਦ ਦੇ ਵਿੱਚ ਵੀ ਅੱਗੇ ਚੱਲ ਰਹੀ ਹੈ। ਤੇ ਗੁਰੂ ਜੀ ਕਹਿੰਦੇ ਕਿ ਜੋ ਸੱਚਾ ਜੋਗੀ ਹੈ, ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਬਣਾ ਲੈਂਦਾ ਹੈ। ਜੇਕਰ ਕੋਈ ਮਨੁੱਖ ਉਹਦੇ ਨਾਲ ਕੋਈ ਵਧੀਕੀ ਕਰ ਵੀ ਜਾਏ ਤਾਂ ਉਹ ਉਹਦੇ ਨਾਲ ਲੜਨ ਨਹੀਂ ਬੈਠ ਜਾਂਦਾ। ਖਾਸ ਕਰਕੇ
ਜਦੋਂ ਹੋ ਚੁੱਕੀ ਵਧੀਕੀ ਨੂੰ ਠੀਕ ਨਾ ਕੀਤਾ ਜਾ ਸਕਦਾ ਹੋਵੇ। ਇਹ ਕਾਫੀ ਡੂੰਘੀ ਗੱਲ ਹੈ। ਜੋ ਜੋਗੀ ਸੀ ਉਹ ਜੰਗਲਾਂ ਦੇ ਵਿੱਚ ਜਾ ਕੇ ਆਪਣਾ ਸਾਰਾ ਘਰ-ਬਾਰ ਤਿਆਗ ਕੇ ਕਿਉਂ ਬੈਠ ਜਾਂਦੇ ਸੀ? ਤਾਂ ਕਿ ਉਹਨਾਂ ਦੀ ਕੋਈ ਮਲਕੀਅਤ ਨਾ ਹੋਵੇ ਜਿਹੜੀ ਕਿ ਉਹਨਾਂ ਤੋਂ ਕੋਈ ਖੋ ਸਕੇ। ਜਦ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਤਾਂ ਤੁਹਾਨੂੰ ਕੋਈ ਚੀਜ਼ ਖੋਹੇ ਜਾਣ ਦਾ ਡਰ ਵੀ ਨਹੀਂ ਰਹਿੰਦਾ। ਸੋ ਆਪਣੇ ਅੰਦਰੋਂ ਇਸ ਡਰ ਨੂੰ ਖਤਮ ਕਰਨ ਦੇ ਲਈ ਜੋਗੀ ਆਪਣਾ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਬੈਠ ਜਾਇਆ ਕਰਦੇ ਸਨ। ਪਰ ਗੁਰੂ ਜੀ ਕਹਿੰਦੇ ਕਿ ਜਦੋਂ ਤੁਹਾਡੀ ਉਸ ਪਰਮਾਤਮਾ ਦੇ ਨਾਲ ਲਿਵ ਲੱਗ ਜਾਵੇ ਤਾਂ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਉਹ ਵਿਰਤੀ, ਉਹ ਸੁਭਾਅ ਬਣਾ ਸਕਦੇ ਹੋ। ਸੀਲ ਸੰਤੋਖ ਵਾਲਾ ਸੁਭਾਅ, ਠੰਡਾ ਤੇ ਸਬਰ ਵਾਲਾ ਸੁਭਾਅ ਤੁਹਾਡਾ ਵਰਤ ਬਣ ਜਾਂਦਾ ਹੈ, ਨਿਤ ਦਾ ਨਿਯਮ ਬਣ ਜਾਂਦਾ ਹੈ। ਜੇਕਰ ਤੁਹਾਡੇ ਤੋਂ ਕੋਈ ਕੁਝ ਖੋਹ ਕੇ ਵੀ ਲੈ ਜਾਵੇ ਤੁਹਾਨੂੰ ਬੁਰਾ ਨਹੀਂ ਲੱਗਦਾ, ਤੁਹਾਡਾ ਮਨ ਤਪਦਾ ਨਹੀਂ, ਚਿੰਤਾ ਦੇ ਵਿੱਚ ਨਹੀਂ ਪੈ ਜਾਂਦਾ। ਤੁਹਾਡਾ ਕੋਈ ਨੁਕਸਾਨ ਹੋ ਜਾਵੇ ਤੁਸੀਂ ਉਹਦੇ ਬਾਰੇ ਝੂਰਦੇ ਨਹੀਂ, ਕਿਉਂਕਿ ਤੁਹਾਡੇ ਅੰਦਰ ਇੱਕ ਗੱਲ ਵਸੀ ਹੁੰਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਦੀ ਰਜ਼ਾ ਦੇ ਅਧੀਨ ਹੋ ਰਿਹਾ ਹੈ, ਕਿ ਲੋੜ ਤੋਂ ਵੱਧ ਕਿਸੇ ਨੂੰ ਮਿਲਦਾ ਨਹੀਂ ਤੇ ਨਾ ਹੀ ਲੋੜ ਤੋਂ ਘੱਟ ਕਿਸੇ ਨੂੰ ਮਿਲਦਾ ਹੈ। ਜਿਸ ਮਨੁੱਖ ਦੇ ਲਈ ਜਿੰਨਾ ਉਸ ਪਰਮਾਤਮਾ ਨੇ ਲਿਖਿਆ ਹੈ, ਨਿਰਧਾਰਤ ਕੀਤਾ ਹੈ, ਉਹਨੂੰ ਓਨਾ ਹੀ ਮਿਲਦਾ ਹੈ। ਜੇਕਰ ਸਾਡੇ ਤੋਂ ਕੋਈ ਚੀਜ਼ ਖੋਹੀ ਗਈ ਹੈ ਤਾਂ ਇਹ ਸਮਝ ਲਓ ਕਿ ਉਹ ਸਾਡੇ ਕੋਲ ਵਧੇਰੇ ਸੀ। ਉਹ ਪਰਮਾਤਮਾ ਨੇ ਜਿਸ ਦੇ ਲਈ ਉਹ ਚੀਜ਼ ਨਿਰਧਾਰਤ ਕੀਤੀ ਸੀ ਉਹਨੂੰ ਉਹ ਮਿਲ ਗਈ। ਜਦੋਂ ਤੁਹਾਡੀ ਪਰਮਾਤਮਾ ਦੇ ਨਾਲ ਸੱਚੀ ਲਿਵ ਲੱਗ ਜਾਂਦੀ ਹੈ ਤਾਂ ਇਹ ਸੋਚ ਤੁਹਾਡੇ ਅੰਦਰ ਘਰ ਕਰ ਜਾਂਦੀ ਹੈ। ਤਾਂ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਆਪਣੀਆਂ ਮਲਕੀਅਤਾਂ ਤੋਂ ਨਿਰਲੇਪ ਹੋ ਜਾਂਦੇ ਹੋ, ਉਹਨਾਂ ਦੇ ਮੋਹ 'ਚ ਨਹੀਂ ਪੈਂਦੇ। ਰੋਗ ਨਾ ਵਿਆਪੈ ਨਾ ਜਮ ਦੋਖ, ਨਾ ਤਾਂ ਤੁਹਾਨੂੰ ਕੋਈ ਵਿਕਾਰਾਂ ਦਾ ਰੋਗ ਵਿਆਪਦਾ ਹੈ ਤੇ ਨਾ ਹੀ ਮੌਤ ਦਾ ਡਰ ਤੰਗ ਕਰਦਾ ਹੈ। ਜਦ ਮੌਤ ਆਉਣ ਵਾਲੀ ਹੁੰਦੀ ਹੈ ਉਦੋਂ ਵੀ ਤੁਹਾਡੇ ਅੰਦਰ ਇਹ ਖਿਆਲ ਹੁੰਦਾ ਹੈ ਕਿ ਇਹ ਜੀਵਨ ਉਸ ਪਰਮਾਤਮਾ ਨੇ ਬਖਸ਼ਿਆ ਸੀ, ਜਿੰਨਾ ਬਖਸ਼ਿਆ ਸੀ ਉਹਨਾਂ ਹੰਢਾ ਲਿਆ। ਹੁਣ ਉਹਦੀ ਮਰਜ਼ੀ ਹੈ ਕਿ ਇਹਨੂੰ ਖਤਮ ਕਰਨਾ ਹੈ ਤੇ ਮੈਂ ਉਹਦੀ ਮਰਜ਼ੀ ਦੇ ਵਿੱਚ ਖੁਸ਼ ਹਾਂ। ਮੁਕਤ ਭਏ ਪ੍ਰਭ ਰੂਪ ਨਾ ਰੇਖ, ਉਹ ਪਰਮਾਤਮਾ ਜੀ ਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖ ਹੈ, ਨਾ ਕੋਈ ਆਕਾਰ ਹੈ। ਜਦੋਂ ਤੁਸੀਂ ਉਹਦੇ ਵਿੱਚ ਲੀਨ ਹੋ ਜਾਂਦੇ ਹੋ, ਉਹਦਾ ਰੂਪ ਹੋ ਜਾਂਦੇ ਹੋ ਤਾਂ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹੋ, ਤਾਂ ਮੁਕਤੀ ਹਾਸਲ ਕਰ ਲੈਂਦੇ ਹੋ। ਜੋਗੀ ਕਉ ਕੈਸਾ ਡਰ ਹੋਏ, ਰੂਪ ਬਿਰਖ ਗ੍ਰਹਿ ਬਾਹਰ ਸੋਏ ਰਹਾਓ। ਕਹਿੰਦੇ ਜਿਹੜੇ ਜੋਗੀ ਨੂੰ ਇਸ ਗੱਲ ਦਾ ਨਿਸ਼ਚਾ ਹੋ ਗਿਆ ਕਿ ਉਹ ਪਰਮਾਤਮਾ ਰੁੱਖਾਂ ਦੇ ਵਿੱਚ, ਬਿਰਖਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਘਰ ਅਤੇ ਬਾਹਰ ਹਰ ਥਾਂ ਮੌਜੂਦ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿ ਜਾਂਦਾ। ਜੋਗੀ ਕਉ ਕੈਸਾ ਡਰ ਹੋਏ। ਨਿਰਭਉ ਜੋਗੀ ਨਿਰੰਜਨ ਧਿਆਵੈ, ਉਸ ਨਿਰੰਜਨ ਪ੍ਰਮਾਤਮਾ ਨੂੰ ਧਿਆਉਣ ਵਾਲਾ ਜੋਗੀ ਹੀ ਨਿਰਭਉ ਹੋ ਸਕਦਾ ਹੈ। ਅਨ ਦਿਨ ਜਾਗੈ ਸੱਚ ਲਿਵ ਲਾਵੈ, ਜਿਹਦੀ ਉਸ ਸੱਚੇ ਦੇ ਵਿੱਚ ਲਿਵ ਲੱਗ ਗਈ ਉਹ ਹਰ ਰੋਜ਼ ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ ਹੈ ਮਾਇਆ ਦੇ ਹੱਲਿਆਂ ਤੋਂ। ਉਹਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਕਦ ਉਹਦਾ ਮਨ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ, ਤੇ ਜਦੋਂ ਸੁਚੇਤ ਹੋ ਗਿਆ ਤਾਂ ਆਪਣੇ ਮਨ ਨੂੰ ਰੋਕਣ ਦੇ ਵਿੱਚ ਵੀ ਕਾਮਯਾਬ ਹੋ ਜਾਂਦਾ ਹੈ। ਸੋ ਜੋਗੀ ਮੇਰਾ ਮਨ ਭਾਵੈ, ਗੁਰੂ ਜੀ ਕਹਿੰਦੇ ਕਿ ਅਜਿਹਾ ਜੋਗੀ ਮੇਰੇ ਮਨ ਨੂੰ ਭਾਉਂਦਾ ਹੈ, ਮੈਨੂੰ ਪਿਆਰਾ ਲੱਗਦਾ ਹੈ। ਕਾਲ ਜਾਲ ਬ੍ਰਹਮ ਅਗਨੀ ਜਾਰੇ, ਅਜਿਹੇ ਜੋਗੀ ਦੇ ਅੰਦਰ ਬ੍ਰਹਮ ਗਿਆਨ ਦੀ ਜੋ ਅਗਨੀ ਬਲ ਪੈਂਦੀ ਹੈ, ਉਸ ਅਗਨੀ ਦੇ ਨਾਲ ਉਹ ਕਾਲ ਦੇ ਜਾਲ ਨੂੰ ਜਲਾ ਦਿੰਦਾ ਹੈ। ਕਾਲ ਤੋਂ ਭਾਵ ਮੌਤ ਦਾ ਡਰ, ਮੌਤ ਦੇ ਡਰ ਦੇ ਜਾਲ ਨੂੰ ਜਲਾ ਦਿੰਦਾ ਹੈ। ਜਰਾ ਮਰਨ ਗਤ ਗਰਭ ਨਿਵਾਰੇ, ਜਰਾ ਤੋਂ ਭਾਵ ਵਡੇਪਾ, ਵਡੇਪੇ ਦਾ ਸਹਿਮ, ਮੌਤ ਦਾ ਡਰ ਤੇ ਆਪਣਾ ਹੰਕਾਰ ਖਤਮ ਕਰ ਲੈਂਦਾ ਹੈ। ਆਪ ਤਰੈ ਪਿਤਰੀ ਨਿਸਤਾਰੇ, ਉਹ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਆਪਣੇ ਪਿੱਤਰਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਸਤਿਗੁਰ ਸੇਵੇ ਸੋ ਜੋਗੀ ਹੋਏ, ਜਿਹੜਾ ਸਤਿਗੁਰੂ ਦੀ ਦੱਸੀ ਹੋਈ ਸੇਵਾ ਕਰਦਾ ਹੈ ਉਹੀ ਜੋਗੀ ਹੁੰਦਾ ਹੈ। ਭੈ ਰਚ ਰਹੈ ਸੋ ਨਿਰਭਉ ਹੋਏ, ਜਿਹੜਾ ਪ੍ਰਮਾਤਮਾ ਦੇ ਡਰ ਅਦਬ ਦੇ ਵਿੱਚ ਰਚਿਆ ਰਹਿੰਦਾ ਹੈ, ਪ੍ਰਮਾਤਮਾ ਦੇ ਡਰ ਅਦਬ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦਾ ਹੈ, ਉਹੀ ਨਿਰਭਉ ਹੁੰਦਾ ਹੈ ਮਾਇਆ ਦੇ ਹੱਲਿਆਂ ਤੋਂ। ਜੈਸਾ ਸੇਵੈ ਤੈਸੋ ਹੋਈ, ਕਿਉਂਕਿ ਜੀਵਨ ਦਾ ਇਹ ਦਸਤੂਰ ਹੈ ਕਿ ਤੁਸੀਂ ਜਿਸ ਪ੍ਰਕਾਰ ਦੇ ਮਨੁੱਖ ਨੂੰ ਜਾਂ ਜਿਸ ਸ਼ਕਤੀ ਨੂੰ ਸੇਵਦੇ ਹੋ ਉਸੇ ਹੀ ਹੋ ਜਾਂਦੇ ਹੋ।
परमात्मा निर्भौ है, निर्वैर है, निरंजन है। जेकर तुसी उस परमात्मा नूं सेवदे हो तां तुसी भी निर्भौ, निर्वैर ते निरंजन हो जाते हो, क्योंकि जैसा सेवै तैसो होए। 223वें अंग ते विराजमान इस आखिरी शब्द का अद्धा हिस्सा गुरु ग्रंथ साहिब जी के 224वें अंग ते विराजमान है, पर शब्द की निरंतरता नूं मुख रखते हुए इस दी व्याख्या असी इसे अंग की बाणी दे विच ही कर दिंदे हां। नर नह केवल निर्भौ नाओ, अनाथै नाथ करे बल जाओ, पुनरप जन्म नाही गुण गाओ। जिहड़ा मनुख उस निर्भौ परमात्मा का नाम जपदा है वो निह केवल हो जाता है, वासना रहत हो जाता है। तो जदों मनुख वासना रहत हो गया तो वह असली जोगी है, तो वह जोगी अनाथै नाथ करे, अनाथियां नूं भी नाथ बनाउण दी समर्था रखता है, निखसमियां नूं भी खसम वाला बनाउण दी समर्था रखता है। गुरु जी कहते कि मैं अजिहे जोगी तो बलिहारे जाता हूँ। अजिहे जोगी नूं मुड़ मुड़ जन्म नहीं लेना पैंदा, पुनरप जन्म नाही गुण गाओ। वो सदा उस परमात्मा की सिफत सलाह दे विच ही लगा रहिंदा है। वो ना खुश हुंदा है ना दुखी हुंदा है, सदा स्थिर अवस्था दे विच बणिया रहिंदा है। अंतर बाहर एको जाणै, गुर कै शब्दे आप पछाणै। अजिहा जोगी अपने अंदर भी ते बाहरी संसार दे विच भी उस एक परमात्मा नूं वसदा होया जाणदा है। गुरु दे शब्दां दे लड़ लग के अपने असले नूं पछाण लैंदा है, जीवन दे सही मनोरथ नूं समझ जांदा है। सच्चा शब्द दर निशान है, सच्चे शब्द दी बरकत दे नाल वो जोगी परमात्मा दे दर ते उहदी सिफत सलाह रूप राहदारी लै के जांदा है। शब्द मरै तिस निज घर वासा, आवै ना जावै चुकै आसा। जिन्हें गुरु दे शब्दां दे लड़ लग के अपने आपे भाव नूं मार लिया, वो अपने हिरदे घर दे विच ही वास हो जाता है, अपने अंतर आत्मे दे अंदर ही उहदा टिकाणा बन जाता है। वो आउंदा जांदा नहीं, आवै ना जावै, जन्म मरण दे गेड़ तो छुटकारा पा लैंदा है। चुकै आसा, उहदियां दुनियावी आसावां तृष्णावां खत्म हो जांदियां हन। गुर कै शब्द कमल प्रगासा, गुरु दे शब्द की बरकत दे नाल उहदे हिरदे दे अंदर परमात्मा की सिफत सलाह रूपी कमल फुल खिड़ जाता है। जो दिसै सो आस निराशा। गुरु जी कहते कि मैं आसे पासे जिन्नू भी वेखदा हाँ वो आस निराशा है। हर मनुख की कोई ना कोई आस अधूरी रह गई है, वो ढईयां होईयां आसां वाला है। कारण की है कि जदों असीं आसावां दे बारे च सोचण लग जाते हाँ, जिंदगी तो बहुत सारियां आशावां करन लग जाते हाँ, अपने अंदर तृष्णावां पाल लैंदे हाँ, तो उन्हां चों बहुतियां अधूरियां ही रह जांदियां ने, पूरीआं नहीं हो पाउंदियां। तो असीं भी ढईयां होईयां आसावां वाले बन जाते हाँ। इसे लिए गुरु जी लिखते हैं कि जो दीसै सो आस निराशा, कि मैं अपने आले दुआले जिन्नू भी वेखदा हाँ, हर कोई अजिहा लगता है जिवें उहदी कोई ना कोई आस टुट्टी होवे। काम क्रोध बिख भूख प्यासा, जिवें कि काम क्रोध का जहर उन्होंने पीता होया होवे, काम क्रोध के जहर का उन्होंने असर होया होया होवे, वो मैनूं सदा ही भुखे प्यासे नज़र आउंदे ने। जिन्नू मिलो ਉਹਦੇ अंदर ही किसी ना किसी चीज़ नूं प्राप्त करन दी भुख वसी हुई है, प्यास वसी हुई है, तृप्त नहीं कोई नज़र आउंदा। गुरु जी कहते कि कोई विरला मनुख ही अजिहा मिलता है जिहदियां तृष्णावां पूरीआं हो चुकियां हुंदियां ने, जिहड़ा उदासीन हो गया हुंदा है, जिहड़ा तृप्त हो गया हुंदा है। ज़्यादातर मनुख तृष्णावां दे अधीन ही हुंदे ने। सो इस दे नाल ही श्री गुरु ग्रंथ साहिब जी दे 223वें अंग की बाणी की व्याख्या की समाप्ति हुंदी है जी। अज की बाणी दे विच गुरु जी ने जोगियां दे बारे विच गल कीती है कि जिहड़े अखौती जोगी ने वो संसार नूं त्याग के जंगलों के विच जा बैठते ने। संसारक जीवन नूं महत्वपूर्ण ना जानन वाले जोगी संसारक जीवां तो मंग के ही खांदे ने, अपने आप नूं जीवित रखण दे लई भिखिया संसारक जीवां तो ही मंगते हैं। किड्डी आश्चर्य की ते दोगलेपन वाली ये गल है। तो गुरु जी सानू दसते ने कि असली जोगी वो है
ਜਿਨੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਉਸ ਪ੍ਰਮਾਤਮਾ ਦਾ ਭਜਨ ਕੀਤਾ, ਸਦਾ ਉਸ ਪ੍ਰਮਾਤਮਾ ਨੂੰ ਆਪਣੇ ਚੇਤੇ ਦੇ ਵਿੱਚ ਰੱਖਿਆ, ਅਜਿਹਾ ਜੋਗੀ ਨਿਰਭਉ ਹੋ ਜਾਂਦਾ ਹੈ। ਅਜਿਹੇ ਜੋਗੀ ਨੂੰ ਅਸਲੀ ਜੀਵਨ ਜੁਗਤ ਦੀ ਸੋਝੀ ਆ ਜਾਂਦੀ ਹੈ, ਵਿਕਾਰਾਂ ਤੋਂ ਮੁਕਤੀ ਉਹ ਹਾਸਲ ਕਰ ਲੈਂਦਾ ਹੈ। ਸੋ ਆਓ ਅਸੀਂ ਵੀ ਆਪਣੇ ਮਨਾਂ ਅੰਦਰ ਇਹ ਨਿਸ਼ਚਾ ਦ੍ਰਿੜ ਕਰੀਏ ਕਿ ਉਸ ਪ੍ਰਮਾਤਮਾ ਨੂੰ ਸਦਾ ਚੇਤਿਆਂ ਦੇ ਵਿੱਚ ਰੱਖਿਆ ਜਾਏ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।